हाँ जी डियर व्यूवर, स्वागत है सारिਆਂ ਦਾ ਤੁਹਾਡੇ ਆਪਣੇ ਚੈਨਲ ਦੇ ਉੱਤੇ। मैं नरेंद्र कुमार ਤੁਹਾਡੇ ਲਈ ਅੱਜ ਲੈ ਕੇ ਆਇਆ ਸਿੱਖਾਂ ਦੀ ਜਿਹੜੀ ਹਿਸਟਰੀ ਹੈ, ਸਿੱਖ ਧਰਮ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚੋਂ ਸਿੱਖ ਮਿਸਲਾਂ ਦਾ ਜਿਹੜਾ ਟੌਪਿਕ ਹੈ ਜੋ ਕਿ 10ਵੀਂ ਕਲਾਸ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਸਿਲੇਬਸ ਦੇ ਵਿੱਚ ਹੈ। ਤਾਂ ਅਸੀਂ ਅੱਜ ਇਸ ਟੌਪਿਕ ਦੇ ਉੱਤੇ ਚਰਚਾ ਕਰਾਂਗੇ ਸਿੱਖ ਮਿਸਲਾਂ। ਪਰ ਸਿੱਖ ਮਿਸਲਾਂ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚ ਪਿੱਛੇ ਜਾਣਾ ਪਏਗਾ ਤਾਂ ਕਿ ਸਾਨੂੰ ਇਹ ਕਨਸੈਪਟ ਕਲੀਅਰ ਹੋ ਚੁੱਕੇ ਕਿ ਹਿਸਟਰੀ ਹੈ ਜਿਹੜੀ ਉਹ ਸਿੱਖਾਂ ਦੀ ਸਟਾਰਟ ਕਿੱਥੋਂ ਹੋਈ ਹੈ ਅਤੇ ਇੱਥੋਂ ਤੱਕ ਅਸੀਂ ਕਿਵੇਂ ਪਹੁੰਚੇ, ਮਿਸਲਾਂ ਕਿਉਂ ਬਣਾਉਣੀਆਂ ਪਈਆਂ, ਉਹ ਸਾਰਾ ਕੁਝ ਜਾਣਨ ਵਾਸਤੇ ਸਾਨੂੰ ਥੋੜ੍ਹਾ ਜਿਹਾ ਇਤਿਹਾਸਿਕ ਜਿਹੜਾ ਪਿਛੋਕੜ ਹੈ ਉਹ ਸਮਝਣਾ ਪਵੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ 1469 ਈਸਵੀ ਦੇ ਵਿੱਚ ਹੋਇਆ ਅਤੇ ਉਸ ਤੋਂ ਬਾਅਦ ਸਾਡੇ ਜਿਹੜੇ 10 ਗੁਰੂ ਸਾਹਿਬਾਨ ਹੋਏ ਨੇ 1708 ਈਸਵੀ ਤੱਕ। ਇਸ ਟਾਈਮ ਪੀਰੀਅਡ ਨੂੰ ਅਸੀਂ ਗੁਰੂਆਂ ਦਾ ਕਾਲ ਬੋਲਦੇ ਹਾਂ। ਆਖਰੀ ਜਿਹੜੇ ਸਾਡੇ ਗੁਰੂ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਕਿ ਨੰਦੇੜ ਦੀ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਸ਼ਹੀਦ ਹੋਏ ਸਨ। ਇਹ ਉਹਨਾਂ ਦੇ ਜੀਵਨ ਦੀ ਆਖਰੀ ਲੜਾਈ ਸੀ ਅਤੇ ਇਸੇ ਲੜਾਈ ਦੇ ਵਿੱਚ 1708 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋਏ। ਔਰ ਨੰਦੇੜ ਦਾ ਜਿਹੜਾ ਸਥਾਨ ਉਹ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਇੱਥੇ ਹੀ ਜਿਹੜੇ ਬੰਦਾ ਸਿੰਘ ਬਹਾਦਰ ਜੀ ਸਨ, ਜਿਨ੍ਹਾਂ ਨੂੰ ਕਿ ਬਚਪਨ ਦੇ ਵਿੱਚ ਲਕਸ਼ਮਣ ਦੇਵ ਵੀ ਕਿਹਾ ਜਾਂਦਾ ਸੀ, ਅਤੇ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੰਦੇੜ ਦੇ ਵਿੱਚ ਹੀ ਹੋਈ ਸੀ, ਮਹਾਰਾਸ਼ਟਰ ਦੇ ਵਿੱਚ। ਅਤੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਅਸੀਂ ਲਕਸ਼ਮਣ ਦੇਵ ਦੇ ਨਾਂ ਨਾਲ ਵੀ ਜਾਣਦੇ ਹਾਂ, ਇਹਨਾਂ ਦਾ ਬਾਅਦ ਦੇ ਵਿੱਚ ਜਦੋਂ ਇਹ ਵਿਰਾਗੀ ਬਣ ਗਏ ਸਨ ਤਾਂ ਇਹਨਾਂ ਦਾ ਨਾਮ ਮਾਧੋ ਦਾਸ ਰੱਖਿਆ ਗਿਆ। ਇਹ ਆਪਣੇ ਆਪ ਨੂੰ ਮਾਧੋ ਦਾਸ ਕਹਿਣ ਲੱਗ ਗਏ ਸਨ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਨਾਮ ਹੈ ਜਿਹੜਾ ਬੰਦਾ ਸਿੰਘ ਬਹਾਦਰ ਰੱਖਿਆ। ਅਤੇ ਇਹਨਾਂ ਦਾ ਜਿਹੜਾ ਜਨਮ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਸੀ 27 ਅਕਤੂਬਰ ਸੰਨ 1670 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਔਖੜਨਾਥ ਜੋ ਕਿ ਇੱਕ ਤਾਂਤਰਿਕ ਸਨ ਉਸ ਸਮੇਂ ਦੇ, ਉਹਨਾਂ ਤੋਂ ਇਹਨਾਂ ਨੇ ਆਪਣੀ ਜਿਹੜੀ ਵਿੱਦਿਆ ਹੈ ਉਹ ਗ੍ਰਹਿਣ ਕੀਤੀ। ਔਖੜਨਾਥ ਇਹ ਇਹਨਾਂ ਦੇ ਜਿਹੜੇ ਵਿੱਦਿਅਕ ਤਾਂਤਰਿਕ ਸਨ। ਅਤੇ 19 ਜੂਨ 1716 ਈਸਵੀ ਦੇ ਵਿੱਚ ਜਿਹੜਾ ਗੁਰਦਾਸਪੁਰ ਨੰਗਲ ਦਾ ਜਿਹੜਾ ਏਰੀਆ ਹੈ, ਇਸ ਜਗ੍ਹਾ ਦੇ ਉੱਤੇ ਜਿਹੜੇ ਮੁਗਲਾਂ ਦੇ ਜਿਹੜੇ ਬਾਦਸ਼ਾਹ ਸਨ ਉਹਨਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਗੁਰਦਾਸ ਨੰਗਲ ਦੇ ਵਿੱਚ। ਅਤੇ ਘੇਰਾ ਪਾਉਣ ਵਾਲੇ ਕੌਣ ਸਨ? ਇਹ ਸਨ ਅਬਦੁਸ ਸਮਦ ਖਾਂ। ਇਹ ਉਸ ਸਮੇਂ ਸੂਬੇਦਾਰ ਸਨ ਲਾਹੌਰ ਦੇ। ਤਾਂ ਲਾਹੌਰ ਦੇ ਸੂਬੇਦਾਰ ਸਨ ਤਾਂ ਇਹਨਾਂ ਨੂੰ ਮੁਗਲ ਬਾਦਸ਼ਾਹ ਜਿਨ੍ਹਾਂ ਦਾ ਨਾਮ ਹੈ ਫਰੁਖਸ਼ੀਅਰ, ਮੁਗਲ ਬਾਦਸ਼ਾਹ ਫਰੁਖਸ਼ੀਅਰ। ਤਾਂ ਮੁਗਲ ਬਾਦਸ਼ਾਹ ਜਿਹੜੇ ਫਰੁਖਸ਼ੀਅਰ ਸਨ ਇਹਨਾਂ ਨੇ ਲਾਹੌਰ ਦੇ ਸੂਬੇਦਾਰ ਨੂੰ ਇਹ ਹੁਕਮ ਜਾਰੀ ਕੀਤਾ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹੈ ਜੋ ਕਿ ਮੁਗਲ ਕੌਮ ਦੇ ਲਈ ਇੱਕ ਖਤਰਨਾਕ ਮੰਨੇ ਜਾਂਦੇ ਹਨ, ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਜਿਹੜੇ ਮੁਗਲਾਂ ਦੇ ਰਸਤੇ ਦੇ ਵਿੱਚੋਂ ਹਟਾਇਆ ਜਾਵੇ। ਤਾਂ ਉਹਨਾਂ ਦੇ ਮੁਗਲ ਬਾਦਸ਼ਾਹ ਦੇ ਜਿਹੜੇ ਫਰੁਖਸ਼ੀਅਰ ਦੇ ਆਰਡਰ 'ਤੇ ਹੀ ਜਿਹੜੇ ਲਾਹੌਰ ਦੇ ਸੂਬੇਦਾਰ ਸਨ ਅਬਦੁਸ ਸਮਦ ਖਾਂ, ਉਹਨਾਂ ਨੇ ਗੁਰਦਾਸ ਨੰਗਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘੇਰਾ ਪਾਇਆ ਅਤੇ ਉੱਥੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ। ਤਾਂ ਬਾਬਾ ਬੰਦਾ ਸਿੰਘ ਜਿਹੜੇ ਬਹਾਦਰ ਨੇ ਉਹ 19 ਜੂਨ 1776 ਨੂੰ ਆਪਣਾ ਜਿਹੜਾ ਜੀਵਨ ਹੈ ਉਹ ਸਮਾਪਤ ਕਰ ਚੁੱਕੇ ਸਨ, ਜੋਤੀ ਜੋਤ ਸਮਾ ਚੁੱਕੇ ਸਨ। ਅਤੇ ਇੱਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਣ ਤੋਂ ਬਾਅਦ ਪੰਜਾਬ ਦਾ ਜਿਹੜਾ ਏਰੀਆ ਹੈ ਉਹਦੇ ਵਿੱਚ ਮੁਗਲ ਜਿਹੜੇ ਸ਼ਾਸਕ ਨੇ ਉਹ ਹੈਵੀ ਹੋ ਗਏ। ਅਤੇ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਜਿਹੜੇ ਮੁਗਲ ਸ਼ਾਸਕ ਨੇ ਜਾਂ ਜਿਹੜੇ ਉਸ ਸਮੇਂ ਦੇ ਜਿਹੜੇ ਪੰਜਾਬ ਦੇ ਸੂਬੇਦਾਰ ਰਹੇ ਨੇ ਉਹਨਾਂ ਦੇ ਬਾਰੇ ਅਸੀਂ ਦੱਸਦੇ ਕਿ ਕਿਹੜੇ ਕਿਹੜੇ ਸਨ। ਸੰਨ 1713 ਤੋਂ ਲੈ ਕੇ 1726 ਈਸਵੀ ਤੱਕ ਜਿਹੜੇ ਪੰਜਾਬ ਦੇ ਲਾਹੌਰ ਦੇ ਸੂਬੇਦਾਰ ਸਨ ਉਹ ਸਨ ਅਬਦੁਸ ਸਮਦ ਖਾਂ। ਇਹ ਉਸ ਸਮੇਂ ਲਾਹੌਰ ਦੇ ਸਨ। ਉਸ ਤੋਂ ਬਾਅਦ 1726 ਤੋਂ ਲੈ ਕੇ ਇਹ ਤੁਹਾਨੂੰ ਜਿਹੜੀ ਹੈਡਲਾਈਨਿੰਗ ਹੈ ਇਹ ਯਾਦ ਰੱਖਣੀ ਪਏਗੀ ਤਾਂ ਕਿ ਤੁਹਾਨੂੰ ਇਤਿਹਾਸ ਸਮਝਣ ਦੇ ਵਿੱਚ ਦਿੱਕਤ ਨਾ ਆਵੇ। 1726 ਤੋਂ ਲੈ ਕੇ 1 ਜੁਲਾਈ 1745 ਤੱਕ ਜ਼ਕਰੀਆ ਖਾਂ ਦੇ ਸਮੇਂ ਹੀ ਜਿਹੜਾ ਹਰਿਮੰਦਰ ਸਾਹਿਬ
ਜਿਹੜਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਸਥਾਨ ਹੈ ਹਰਿਮੰਦਰ ਸਾਹਿਬ। ਹਰਿਮੰਦਰ ਸਾਹਿਬ ਦੇ ਜੋ ਗ੍ਰੰਥੀ ਸਨ ਭਾਈ ਮਨੀ ਸਿੰਘ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਇਹਨਾਂ ਨੂੰ ਸ਼ਹੀਦ ਕਰਨ ਵਾਲੇ ਕੌਣ ਸਨ? ਜ਼ਕਰੀਆ ਖਾਂ। ਔਰ ਇਸੇ ਸਮੇਂ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਖੋਪਰ ਲਾਇਆ ਗਿਆ ਸੀ, ਭਾਈ ਤਾਰੂ ਸਿੰਘ ਜੀ, ਇਹਨਾਂ ਦੋਨਾਂ ਨੂੰ ਜ਼ਕਰੀਆ ਖਾਂ ਦੇ ਸਮੇਂ ਦੇ ਵਿੱਚ ਹੀ ਸ਼ਹੀਦ ਕੀਤਾ ਗਿਆ ਸੀ, ਭਾਈ ਮਨੀ ਸਿੰਘ ਜੀ ਅਤੇ ਦੂਸਰੇ ਨੇ ਭਾਈ ਤਾਰੂ ਸਿੰਘ ਜੀ। ਤਾਂ 1 ਜੁਲਾਈ 1745 ਨੂੰ ਜ਼ਕਰੀਆ ਖਾਂ ਤੋਂ ਬਾਅਦ ਸੰਨ 1746 ਤੋਂ ਲੈ ਕੇ ਸੰਨ 1747 ਤੱਕ ਜਿਹੜੇ ਲਾਹੌਰ ਦੇ ਸੂਬੇਦਾਰ ਸਨ ਉਹ ਸਨ ਯਾਹੀਆ ਖਾਨ। ਯਾਹੀਆ ਖਾਨ, ਪਰ ਯਾਹੀਆ ਖਾਨ ਬਹੁਤਾ ਲੰਮਾ ਸਮਾਂ ਨਹੀਂ ਰਹੇ। ਜਿਹੜੇ ਇਹਨਾਂ ਦਾ ਛੋਟਾ ਭਰਾ ਸੀ, ਯਾਹੀਆ ਖਾਨ ਦਾ ਛੋਟਾ ਭਰਾ ਸੀ, ਜਿਨ੍ਹਾਂ ਦਾ ਨਾਮ ਹੈ ਸ਼ਾਹ ਨਵਾਜ਼। ਸ਼ਾਹ ਨਵਾਜ਼, ਤਾਂ ਸ਼ਾਹ ਨਵਾਜ਼ ਨੇ ਆਪਣੇ ਜਿਹੜੇ ਵੱਡੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਹਨਾਂ ਦਾ ਜਿਹੜਾ ਸਮਾਂ ਹੈ ਉਹ ਸਿਰਫ 1 ਸਾਲ ਤੱਕ ਹੀ ਰਿਹਾ। ਇਸ ਤੋਂ ਬਾਅਦ ਜਿਹੜੇ ਨੈਕਸਟ ਹੈ 1748 ਤੋਂ ਲੈ ਕੇ ਸੰਨ 1753 ਈਸਵੀ ਤੱਕ ਪੰਜਾਬ ਦਾ ਜਿਹੜਾ ਸੂਬੇਦਾਰ ਰਹੇ ਉਹਨਾਂ ਦਾ ਨਾਮ ਸੀ ਮੀਰ ਮਨੂ। ਮੀਰ ਮਨੂ ਇਹ ਪੰਜਾਬ ਦੇ ਸੂਬੇਦਾਰ ਸਨ। 5 ਸਾਲ ਦਾ ਇਹਨਾਂ ਦਾ ਕਾਰਜਕਾਲ ਸੀ। ਤਾਂ ਇਹ ਤੁਹਾਨੂੰ ਬੇਸਿਕ ਜਿਹੜੇ ਹੈਡਲਾਈਨ ਹੈ ਉਹ ਯਾਦ ਰੱਖਣੀ ਪਏਗੀ। ਇਹ 4 ਮੇਨ ਯਾਦ ਰੱਖਣੇ ਨੇ। ਇੱਕ ਤਾਂ ਅਬਦੁਲ ਸਮਦ ਖਾਂ 1726 ਤੋਂ 45 ਤੱਕ ਜ਼ਕਰੀਆ ਖਾਂ ਅਤੇ 1746 ਤੋਂ ਲੈ ਕੇ 47 ਤੱਕ ਯਾਹੀਆ ਖਾਂ ਅਤੇ 1748 ਤੋਂ ਲੈ ਕੇ 1753 ਤੱਕ ਮੀਰ ਮਨੂ। ਇਹ 4 ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਨੇ। ਇਹਨੂੰ ਆਪਣੀ ਕਾਪੀ ਦੇ ਉੱਤੇ ਹੈਡਲਾਈਨਸ ਨੇ ਜਿਹੜੀਆਂ ਨੋਟ ਕਰ ਲਿਆ ਜਾਣ। ਤਾਂ 1726 ਤੋਂ ਲੈ ਕੇ ਜਿਹੜਾ 1745 ਤੱਕ ਦਾ ਸਮਾਂ ਸੀ ਉਹ ਜਿਹੜਾ ਟਾਈਮ ਪੀਰੀਅਡ ਬਿਲੋਂਗ ਕਰਦਾ ਹੈ ਜ਼ਕਰੀਆ ਖਾਂ ਨੂੰ। ਔਰ ਜ਼ਕਰੀਆ ਖਾਂ ਦੇ ਸਮੇਂ ਹੈ ਜਿਹੜੀ ਸਿੱਖਾਂ ਦੀ ਜਿਹੜੀ ਤਾਕਤ ਹੈ ਉਹ ਲਗਾਤਾਰ ਘਟਦੀ ਜਾ ਰਹੀ ਸੀ, ਕਿਉਂਕਿ ਸਾਨੂੰ ਇਹ ਪਤਾ ਹੈ ਕਿ 1716 ਦੇ ਈਸਵੀ ਦੇ ਵਿੱਚ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਸਨ ਉਹ ਜਾ ਚੁੱਕੇ ਸਨ। ਉਹ ਆਪਣਾ ਜੀਵਨ ਲੀਲਾ ਜਿਹੜੀ ਉਹਨਾਂ ਦੀ ਖਤਮ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਸਿੱਖਾਂ ਦੇ ਵਿੱਚ ਕੋਈ ਅਜਿਹਾ ਇੱਕ ਲੀਡਰ ਨਹੀਂ ਬਚਿਆ ਸੀ ਜੋ ਸਿੱਖ ਸੈਨਾ ਨੂੰ ਕੀ ਕਰ ਸਕੇ, ਸੰਗਠਿਤ ਕਰ ਸਕੇ ਜਾਂ ਉਹਨਾਂ ਦੀ ਜਿਹੜੀ ਤਾਕਤ ਹੈ ਉਸ ਨੂੰ ਬਣਾਏ ਰੱਖੇ। ਤਾਂ ਇਸੇ ਕਰਕੇ ਫਿਰ ਸੰਨ 1734 ਦੇ ਵਿੱਚ ਇਹ ਈਅਰ ਤੁਹਾਡੇ ਵਾਸਤੇ ਸਿੱਖਾਂ ਦੇ ਇਤਿਹਾਸ ਦਾ ਜਿਹੜਾ ਇੱਕ ਇੰਪੋਰਟੈਂਟ ਈਅਰ ਮੰਨਿਆ ਜਾਂਦਾ ਸੰਨ 1734। ਤਾਂ ਜਿੰਨੀਆਂ ਵੀ ਜਿਹੜੀਆਂ ਸਿੱਖਾਂ ਦੀਆਂ ਜਿਹੜੀਆਂ ਸੈਨਾਵਾਂ ਸਨ ਜਾਂ ਜਿੰਨੇ ਵੀ ਉਹਨਾਂ ਦੇ ਜਿਹੜੇ ਵਿਅਕਤੀ ਸਨ ਉਹਨਾਂ ਸਭ ਨੂੰ ਇਕੱਠਾ ਕੀਤਾ ਗਿਆ ਅਤੇ ਉਹਨਾਂ ਨੂੰ ਇਕੱਠੇ ਕਰਨ ਵਾਲੇ ਵਿਅਕਤੀ ਨੇ ਨਵਾਬ ਕਪੂਰ ਸਿੰਘ। ਇਹ ਨਾਮ ਤੁਸੀਂ ਯਾਦ ਰੱਖਣਾ, ਨਵਾਬ ਕਪੂਰ ਸਿੰਘ। ਇਹਨਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਇਕਜੁੱਟ ਕਰਨ ਦੇ ਲਈ ਜਿੰਨੇ ਵੀ ਸਿੱਖਾਂ ਦੇ ਦਲ ਬਣੇ ਹੋਏ ਸਨ ਜਾਂ ਜਿੰਨੇ ਵੀ ਉਸ ਸਮੇਂ ਸਿੱਖ ਸੈਨਾ ਦੇ ਵਿੱਚ ਜਿਹੜੇ ਵਿਅਕਤੀ ਸਨ ਉਹਨਾਂ ਨੇ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਲਿਆ। ਇੱਕ ਨੂੰ ਅਸੀਂ ਬੋਲਦੇ ਹਾਂ ਬੁੱਢਾ ਦਲ ਅਤੇ ਦੂਜੇ ਨੂੰ ਅਸੀਂ ਬੋਲਦੇ ਹਾਂ ਤਰੁਣਾ ਦਲ। ਇਹ 2 ਦਲ ਬਣਾਏ ਗਏ। ਬੁੱਢਾ ਦਲ ਇਸ ਕਰਕੇ ਕਹਿੰਦੇ ਹਨ ਕਿਉਂਕਿ ਇਹਦੇ ਵਿੱਚ ਲਗਭਗ 40 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਸਨ ਜਿਹੜੇ ਉਹ ਸ਼ਾਮਿਲ ਸਨ। ਤਾਂ ਉਹਨਾਂ ਨੇ ਜਿਹੜੀ ਸਿੱਖਾਂ ਦੀ ਪੂਰੀ ਫੌਜ ਹੈ ਉਸ ਨੂੰ 2 ਹਿੱਸਿਆਂ ਦੇ ਵਿੱਚ ਵੰਡ ਲਿਆ, ਇੱਕ ਬੁੱਢਾ ਦਲ ਅਤੇ ਦੂਜਾ ਤਰੁਣਾ ਦਲ। ਅਤੇ ਇਹ ਯਾਦ ਰੱਖਣਾ ਕਿ ਇਹ 1734 ਦੀ ਘਟਨਾ ਹੈ ਅਤੇ ਇਹ ਕਿਹਦੇ ਸਮੇਂ ਦੇ ਵਿੱਚ ਹੋਈ ਹੈ? ਇਹ ਜਿਹੜੀ ਘਟਨਾ ਹੋਈ ਹੈ ਉਹ ਜ਼ਕਰੀਆ ਖਾਂ ਦੇ ਸਮੇਂ ਹੋਈ ਹੈ। ਜਿਹੜਾ ਨਵਾਬ ਕਪੂਰ ਸਿੰਘ ਸੀ ਉਹ ਜ਼ਕਰੀਆ ਖਾਂ ਦੇ ਸਮੇਂ ਹੀ ਉਹਨਾਂ ਨੇ ਸਿੱਖਾਂ ਦੀ ਜਿਹੜੀ ਸੈਨਾ ਹੈ ਉਸ ਨੂੰ ਸੰਗਠਿਤ ਕੀਤਾ। 2 ਦਲ ਬਣਾਏ, ਇੱਕ ਬੁੱਢਾ ਦਲ ਅਤੇ ਦੂਜਾ ਤਰੁਣਾ ਦਲ। ਤਾਂ ਇਹ ਕਾਫੀ ਸਮਾਂ ਚੱਲਦੇ ਰਹੇ। ਉਸ ਤੋਂ ਬਾਅਦ ਸੰਨ 1745 ਈਸਵੀ ਦੇ ਵਿੱਚ ਅੰਮ੍ਰਿਤਸਰ, ਜੋ ਕਿ ਸਾਡੇ ਹਰਿਮੰਦਰ ਸਾਹਿਬ ਉੱਥੇ ਬਣਿਆ ਹੋਇਆ ਅੰਮ੍ਰਿਤਸਰ ਦੇ ਵਿੱਚ, ਤਾਂ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਜਿਹੜੇ 100 ਵਿਅਕਤੀਆਂ ਦੇ ਜਿਹੜੇ ਗਰੁੱਪ ਬਣਾਏ ਅਤੇ ਲਗਭਗ ਇਹਨਾਂ ਦੇ ਵਿੱਚ ਜਿਹੜੇ 25 ਜੱਥੇ ਨੇ ਉਹ ਤਿਆਰ ਕੀਤੇ ਗਏ। ਜੱਥੇ ਦਾ ਮਤਲਬ ਹੁੰਦਾ ਗਰੁੱਪ ਆਫ ਪੀਪਲ। ਅਤੇ ਇਹੀ ਜਿਹੜੇ 25 ਜੱਥੇ ਸਨ ਇਹੀ ਬਾਅਦ ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਦਾ ਆਧਾਰ ਬਣੇ। ਇਹਨਾਂ 25 ਜੱਥਿਆਂ ਦੇ ਜਿਹੜੇ 100 ਮੈਂਬਰ ਸਨ ਉਹਨਾਂ ਦੇ ਵਿੱਚੋਂ ਹੀ ਸੰਨ 1748 ਦੇ ਵਿੱਚ ਜਿਹੜੇ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਅਤੇ ਦਲ ਖਾਲਸਾ ਦੇ ਵਿੱਚ ਟੋਟਲ ਉਹਨਾਂ ਨੇ 12 ਜਿਹੜੇ ਗਰੁੱਪ ਸਨ ਉਹ ਬਣਾਏ। ਅਤੇ ਉਹਨਾਂ ਗਰੁੱਪਾਂ ਦੇ ਬਾਰੇ ਹੁਣ ਅਸੀਂ ਵਿਸਤਾਰਪੂਰਵਕ ਚਰਚਾ ਕਰਾਂਗੇ, ਜਿੱਥੋਂ ਸਾਡੀ ਸਿੱਖ ਮਿਸਲਾਂ ਦੀ ਕੀ ਹੋਏਗੀ, ਸ਼ੁਰੂਆਤ ਹੋਏਗੀ। ਇੱਕ ਚੀਜ਼ ਇੱਥੇ ਵੀ ਯਾਦ ਰੱਖਣੀ ਕਿ ਸੰਨ 1748-47 ਦੇ ਵਿੱਚ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹਨੇ ਪੰਜਾਬ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰਤੇ ਸੀ। ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ
ਉਹ ਅਫਗਾਨਿਸਤਾਨ ਤੋਂ ਆਇਆ ਸੀ, ਜੋ ਕਿ ਸਾਡੇ ਪਾਕਿਸਤਾਨ ਦੇ ਨਾਲ ਲੱਗਦਾ ਗੁਆਂਢੀ ਮੁਲਕ ਹੈ ਅਫਗਾਨਿਸਤਾਨ ਤੋਂ ਆਇਆ ਸੀ। ਅਤੇ ਇਹਨਾਂ ਦੀ ਜਿਹੜੀ ਲੜਾਈ ਹੋਈ ਸੀ ਉਹ ਮੀਰ ਮਨੂੰ ਦੇ ਨਾਲ ਹੋਈ ਸੀ। ਮੀਰ ਮਨੂੰ ਬਾਰੇ ਮੈਂ ਪਹਿਲਾਂ ਵੀ ਦੱਸਿਆ ਉੱਤੇ। ਅਤੇ ਮੀਰ ਮਨੂੰ ਦੇ ਨਾਲ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ, ਇਹਦਾ ਯੁੱਧ ਹੋਇਆ ਸੀ ਸਨ 1747 ਤੋਂ 48 ਦੇ ਵਿੱਚ। ਅਤੇ ਇਹ ਪਹਿਲਾ ਅਟੈਕ ਸੀ ਉਹਨਾਂ ਦਾ ਪੰਜਾਬ ਦੇ ਉੱਤੇ। ਤਾਂ ਦਲ ਖਾਲਸਾ ਦੇ ਬਾਰੇ ਹੁਣ ਇਸ ਤੋਂ ਬਾਅਦ ਅਸੀਂ ਡਿਟੇਲ ਦੇ ਵਿੱਚ ਅੱਗੇ ਚਰਚਾ ਕਰਦੇ ਹਾਂ। ਤਾਂ ਇਸ ਤੋਂ ਬਾਅਦ ਜਿਵੇਂ ਹੀ ਸਨ 1748 ਦੇ ਵਿੱਚ ਦਲ ਖਾਲਸਾ ਦੀ ਸਥਾਪਨਾ ਹੋਈ ਤਾਂ ਉਹਦੀ ਤਰੀਕ ਸੀ 29 ਮਾਰਚ ਸਨ 1748। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮਿਸਲ ਜਿਹੜਾ ਸ਼ਬਦ ਹੈ, ਮਿਸਲ ਸ਼ਬਦ ਦਾ ਜਿਹੜਾ ਅਰਥ ਹੁੰਦਾ ਹੈ ਉਹ ਹੁੰਦਾ ਹੈ ਬਰਾਬਰ। ਮਿਸਲ ਦਾ ਅਰਥ ਬਰਾਬਰ। ਹੁਣ ਇਹਦੇ ਵਿੱਚ ਟੋਟਲ ਜਿਹੜੀਆਂ ਸਿੱਖਾਂ ਦੀ ਜਿਹੜੀਆਂ ਮਿਸਲਾਂ ਬਣਾਈਆਂ ਗਈਆਂ ਨਵਾਬ ਕਪੂਰ ਸਿੰਘ ਦੁਆਰਾ, ਤਾਂ ਉਹਨਾਂ ਮਿਸਲਾਂ ਦੀ ਗਿਣਤੀ ਸੀ ਟੋਟਲ 12 ਗਿਣਤੀ ਸੀ। ਅਤੇ 12 ਦੇ ਵਿੱਚ ਜਿਹੜੇ ਮੈਂਬਰ ਸਨ ਜਾਂ ਜਿਹੜੀ ਉਹਨਾਂ ਦੀ ਫੌਜ ਸੀ ਉਹਨਾਂ ਦੀ ਗਿਣਤੀ ਬਰਾਬਰ ਸੀ, ਔਰ ਇਸੇ ਕਰਕੇ ਇਹਨੂੰ ਕੀ ਕਿਹਾ ਗਿਆ, ਮਿਸਲ ਸ਼ਬਦ ਆ ਜਿਹੜਾ ਉਹ ਨਾਮ ਦਿੱਤਾ ਗਿਆ। ਅਤੇ ਇਹਦੀ ਜਿਹੜੀ ਮਿਸਲਾਂ ਨੇ ਉਹ ਆਪਾਂ ਲਿਖਦੇ ਹਾਂ ਕਿ ਹੁਣ ਉਹ ਕਿਹੜੀਆਂ ਮਿਸਲਾਂ ਸਨ, ਉਹਨਾਂ ਦੇ ਮੁਖੀ ਕੌਣ ਸਨ, ਉਹਨਾਂ ਬਾਰੇ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਚਰਚਾ ਕਰਾਂਗੇ। ਇਸ ਤੋਂ ਬਾਅਦ ਤੁਹਾਨੂੰ ਮੈਂ ਹੁਣ ਜਿਹੜੀ ਸਿੱਖ ਮਿਸਲਾਂ ਨੇ ਜਿੰਨੀਆਂ ਵੀ ਸਾਡੀਆਂ ਹੋਈਆਂ ਨੇ 12 ਦੀ 12, ਉਹਨਾਂ ਨੂੰ ਯਾਦ ਕਰਨ ਦੀ ਕੁਝ ਟ੍ਰਿਕਸ ਨੇ ਜਿਹੜੀਆਂ ਦੱਸਾਂਗਾ, ਅਤੇ ਉਹਨਾਂ ਦੇ ਸੰਸਥਾਪਕਾਂ ਦੇ ਬਾਰੇ ਵੀ ਦੱਸਾਂਗਾ। ਕੁਝ ਬੇਸਿਕ ਜਾਣਕਾਰੀ ਜਿਹੜੀ ਆਪਾਂ ਹਾਸਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਮਿਸਲ ਹੈ ਉਹਦਾ ਨਾਮ ਹੈ ਫੈਜ਼ਲਪੁਰੀਆ ਮਿਸਲ। ਅਤੇ ਫੈਜ਼ਲਪੁਰੀਆ ਜਿਹੜੀ ਮਿਸਲ ਹੈ ਉਹਨਾਂ ਦੇ ਸੰਸਥਾਪਕ ਸਨ ਨਵਾਬ ਕਪੂਰ ਸਿੰਘ, ਜਿਨ੍ਹਾਂ ਨੇ ਇਹਨਾਂ ਸਿੱਖ ਮਿਸਲਾਂ ਨੂੰ ਇਕੱਠੇ ਕੀਤਾ। ਅਤੇ ਇਹਨਾਂ ਦਾ ਜਿਹੜਾ ਇਲਾਕਾ ਸੀ ਮੇਨਲੀ ਇੱਕ ਜਲੰਧਰ, ਅਤੇ ਇੱਕ ਸਾਡੇ ਕੋਲ ਇਹਦੇ 'ਚ ਇਲਾਕਾ ਹੈਗਾ ਲੁਧਿਆਣਾ, ਅਤੇ ਇੱਕ ਇਲਾਕਾ ਹੈਗਾ ਅੰਮ੍ਰਿਤਸਰ। ਇਹਨਾਂ 3 ਇਲਾਕਿਆਂ ਦੇ ਵਿੱਚ ਜਿਹੜਾ ਨਵਾਬ ਕਪੂਰ ਸਿੰਘ ਜੀ ਸਨ, ਜਿਹੜਾ ਉਹਨਾਂ ਦੇ ਫੈਜ਼ਲਪੁਰੀ ਮਿਸਲ ਜਿਹੜੀ ਉਹ ਸਥਾਪਨਾ ਹੋਈ ਹੈ। ਦੂਸਰੀ ਸਾਡੀ ਮਿਸਲ ਹੈਗੀ ਹੈ ਆਹਲੂਵਾਲੀਆ ਮਿਸਲ। ਠੀਕ ਹੈ, ਤਾਂ ਇਹਨਾਂ ਦੇ ਸੰਸਥਾਪਕ ਹੈਗੇ ਨੇ ਜੱਸਾ ਸਿੰਘ ਆਹਲੂਵਾਲੀਆ। ਤਾਂ ਇਹਨਾਂ ਦੇ ਨਾਮ ਦੇ ਪਿੱਛੇ ਹੀ ਆਹਲੂਵਾਲੀਆ ਹੈ, ਤਾਂ ਆਹਲੂਵਾਲੀਆ ਦੇ ਨਾਲ ਤੁਸੀਂ ਆਹਲੂਵਾਲੀਆ ਜਿਹੜਾ ਨਾਮ ਹੈ ਉਹ ਮੈਚ ਕਰ ਸਕਦੇ ਹੋ, ਜੱਸਾ ਸਿੰਘ ਆਹਲੂਵਾਲੀਆ। ਇਹਨਾਂ ਦਾ ਜਿਹੜਾ ਇਲਾਕਾ ਸੀ ਉਹ ਸੀ ਸਰਹੰਦ ਅਤੇ ਕਪੂਰਥਲਾ। ਇਹ 2 ਇਲਾਕੇ ਸਨ। ਫਿਰ ਉਸ ਤੋਂ ਬਾਅਦ ਤੀਸਰੀ ਜਿਹੜੀ ਮਿਸਲ ਹੈਗੀ ਹੈ ਉਹ ਹੈਗੀ ਹੈ ਰਾਮਗੜੀਆ ਮਿਸਲ, ਅਤੇ ਇਹਦੇ ਸੰਸਥਾਪਕ ਹੈਗੇ ਨੇ ਖੁਸ਼ਹਾਲ ਸਿੰਘ। ਅਤੇ ਇਲਾਕਾ ਸੀ ਬਾਹਰੀ ਦੁਆਬ। ਹੁਣ ਜਿਵੇਂ ਕਿ ਦੁਆਬ ਦਾ ਤੁਹਾਨੂੰ ਸਭ ਨੂੰ ਪਤਾ 2 ਦਰਿਆਵਾਂ ਦੇ ਵਿਚਲੀ ਧਰਤੀ, ਤਾਂ ਜਿਹੜਾ ਬਾਹਰੀ ਦੁਆਬ ਵਾਲਾ ਕਿਹੜਾ ਇਲਾਕਾ ਹੋਏਗਾ, ਬਿਆਸ ਅਤੇ ਰਾਵੀ ਨਦੀ ਦੇ ਵਿਚਕਾਰਲਾ। ਤਾਂ ਇਸ ਨੂੰ ਯਾਦ ਕਰਨ ਦੀ ਟ੍ਰਿਕ ਕੀ ਹੋਏਗੀ ਤੁਹਾਡੇ ਵਾਸਤੇ, ਜਿਵੇਂ ਤੁਸੀਂ ਸ਼ੋਲੇ ਫਿਲਮ 'ਚ ਸੁਣਿਆ ਹੈ ਰਾਮਗੜ੍ਹ ਵਾਲੋ, ਤਾਂ ਰਾਮਗੜ੍ਹ ਵਾਲੇ ਜਿਹੜੇ ਲੋਕ ਸਨ ਉਹ ਗੱਬਰ ਦੇ ਰਾਜ ਦੇ ਵਿੱਚ ਖੁਸ਼ਹਾਲ ਨਹੀਂ ਸਨ। ਠੀਕ ਹੈ, ਕਿਉਂਕਿ ਗੱਬਰ ਸੀ ਜਿਹੜਾ ਰਾਮਗੜ੍ਹ ਵਾਲੇ ਦੇ ਉੱਤੇ ਕੀ ਕਰਦਾ ਸੀ, ਜੁਰਮ ਕਰਦਾ ਸੀ। ਤਾਂ ਉਸ ਤੋਂ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ ਕਿ ਰਾਮਗੜ੍ਹ ਵਾਲੇ ਗੱਬਰ ਕੇ ਰਾਜ ਮੇਂ ਖੁਸ਼ਹਾਲ ਨਹੀਂ ਥੇ। ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਸ਼ੁਕਰ ਚੱਕੀਆ ਮਿਸਲ ਇਹ ਸਾਡੇ ਟੌਪਿਕ ਦੀ ਸਭ ਤੋਂ ਇੰਪੋਰਟੈਂਟ ਮਿਸਲ ਹੈ, ਜਿਸ ਦੇ ਜਿਹੜੇ ਸੰਸਥਾਪਕ ਸਨ ਉਹ ਸਨ ਚੜ੍ਹਤ ਸਿੰਘ, ਅਤੇ ਚੜ੍ਹਤ ਸਿੰਘ ਦੇ ਬੇਟਾ ਸਨ ਮਹਾਂ ਸਿੰਘ, ਅਤੇ ਮਹਾਂ ਸਿੰਘ ਦੇ ਜਿਹੜੇ ਬੇਟਾ ਸਨ ਉਹ ਸਨ ਮਹਾਰਾਜਾ ਰਣਜੀਤ ਸਿੰਘ ਜੀ। ਤਾਂ ਇਹ ਤੁਹਾਡੇ ਵਾਸਤੇ ਸਭ ਤੋਂ ਇੰਪੋਰਟੈਂਟ ਮਿਸਲ ਹੈ। ਠੀਕ ਹੈ, ਅਤੇ ਇਸ ਨੂੰ ਯਾਦ ਕਰ ਸਕਦੇ ਹੋ ਕਿ ਸ਼ੁਕਰ ਕਰੀ ਦਾਤਿਆ ਸਾਨੂੰ ਚੜ੍ਹਤਾਂ ਦੇ ਵਿੱਚ ਰੱਖੀ, ਮਤਲਬ ਚੜ੍ਹਾਈ 'ਚ ਰੱਖੀ ਪਰਮਾਤਮਾ, ਸ਼ੁਕਰ ਹੈ ਤੇਰਾ ਤੂੰ ਸਾਨੂੰ ਚੜ੍ਹਤਾਂ ਦੇ ਵਿੱਚ ਰੱਖਿਆ ਹੈ। ਅਤੇ ਇਹਦਾ ਇਲਾਕਾ ਹੈਗਾ ਰਚਨਾ ਅਤੇ ਚੱਜ ਦਵਾਬ। ਚੱਜ ਦਾ ਮਤਲਬ ਚਨਾਬ ਅਤੇ ਜੇਲਮ, ਅਤੇ ਰਾਰੇ ਦਾ ਮਤਲਬ ਰਾਵੀ ਅਤੇ ਚਨਾ, ਯਾਨੀ ਕਿ ਰਾਵੀ, ਚਨਾਬ ਅਤੇ ਜੇਲਮ ਦੇ ਕੁਛ ਇਲਾਕੇ ਸਨ ਜਿਹੜੇ ਇਸ ਮਿਸਲ ਦੇ ਅਧੀਨ ਆਉਂਦੇ ਸਨ। ਅਤੇ ਇਸ ਨੂੰ ਯਾਦ ਕਰ ਸਕਦੇ ਹੋ ਕਿ ਪਰਮਾਤਮਾ ਸ਼ੁਕਰ ਹੈ ਤੂੰ ਸਾਨੂੰ ਚੜ੍ਹਤਾਂ ਦੇ ਵਿੱਚ ਰੱਖਿਆ ਹੈ, ਜਾਂ ਤੁਸੀਂ ਸਾਨੂੰ ਚੜ੍ਹਤਾਂ 'ਚ ਰੱਖਿਆ, ਇਸ ਗੱਲ ਦੇ ਲਈ ਤੁਹਾਡਾ ਸ਼ੁਕਰ ਹੈ। ਠੀਕ ਹੈ, ਇਸ ਤੋਂ ਬਾਅਦ ਹੈਗੇ ਆ ਭੰਗੀ ਮਿਸਲ। ਇਹਨਾਂ ਨੂੰ ਭੰਗੀ ਮਿਸਲ ਇਸ ਕਰਕੇ ਕਹਿੰਦੇ ਸਨ ਕਿਉਂਕਿ ਇਹ ਜਿਹੜੇ ਲੋਕ ਸਨ ਉਹ ਖਾਸ ਕਰਕੇ ਭੰਗ ਬਹੁਤ ਪੀਂਦੇ ਸਨ। ਇਹਦੇ ਜਿਹੜੇ ਸੰਸਥਾਪਕ ਨੇ ਉਹ ਹੈਗੇ ਨੇ ਛੱਜਾ ਸਿੰਘ, ਪਰ ਜਿਹੜੇ ਅਸਲ ਅਗਰ ਪੁੱਛਿਆ ਜਾਵੇ ਤਾਂ ਅਸਲ ਦੇ ਵਿੱਚ ਇਹਦੀ ਜਿਹੜੀ ਸਥਾਪਨਾ ਕੀਤੀ ਸੀ ਉਹ ਕੀਤੀ ਸੀ ਹਰੀ ਸਿੰਘ ਨੇ। ਠੀਕ ਹੈ, ਤਾਂ ਛੱਜਾ ਸਿੰਘ, ਕਿਉਂਕਿ ਜਿਹੜੀ ਛੱਜ ਹੈ ਇਹਨੂੰ ਆਪਾਂ ਛਾਜ ਬੋਲਦੇ ਹਾਂ ਜਿਵੇਂ ਹਰਿਆਣਵੀ ਦੇ ਵਿੱਚ, ਜਿਸ ਦੇ ਨਾਲ ਲੱਸੀ ਨੂੰ ਅਸੀਂ ਛਾਜ ਬੋਲ ਦਿੰਦੇ ਹਾਂ। ਤਾਂ ਉਹਦਾ ਨਸ਼ਾ ਹੁੰਦਾ ਇੱਕ ਤਰ੍ਹਾਂ ਦਾ, ਛਾਜ ਪੀਂਦੇ ਸਾਰ ਨੀਂਦ ਆ ਜਾਂਦੀ ਹੈ, ਅਤੇ ਇਸੇ ਤਰੀਕੇ ਨਾਲ ਭੰਗ ਦਾ ਵੀ ਕੀ ਹੁੰਦਾ ਨਸ਼ਾ। ਤਾਂ ਛਾਜ ਦੇ ਨਾਲ ਛੱਜਾ ਯਾਦ ਰੱਖ ਲਿਓ ਕਿ ਛਾਜ ਪੀਣ ਨਾਲ ਵੀ ਨੀਂਦ ਆਉਂਦੀ ਹੈ ਅਤੇ ਭੰਗ ਪੀਣ ਨਾਲ ਵੀ ਨੀਂਦ ਆਉਂਦੀ ਹੈ। ਠੀਕ ਹੈ, ਨਸ਼ਾ ਹੁੰਦਾ 'ਚ। ਫਿਰ ਉਸ ਤੋਂ ਬਾਅਦ ਆ ਗਿਆ ਕਨਈਆ ਮਿਸਲ। ਇਹਦੇ ਸੰਸਥਾਪਕ ਸਨ ਜੈ ਸਿੰਘ। ਇਹਨੂੰ ਕਨਈਆ ਮਿਸਲ ਇਸ ਕਰਕੇ ਕਹਿੰਦੇ ਨੇ ਕਿਉਂਕਿ ਇਹ ਕਾਹਨਾ ਪਿੰਡ ਸੀ ਜਿਹੜਾ ਉੱਥੋਂ ਦੇ ਇਹਨਾਂ ਦੇ ਜਿਹੜੇ ਸੰਸਥਾਪਕ ਸਨ ਉਹ ਬਿਲੋਂਗ ਕਰਦੇ ਸਨ, ਇਸ ਕਰਕੇ ਇਹਨੂੰ ਸੀ ਕਨਈਆ। ਤਾਂ ਇਸ ਨੂੰ ਯਾਦ ਕਰਨ ਦੀ ਟ੍ਰਿਕ ਕੀ ਹੈ,
जय कन्हैया लाल की। ठीक है, जय कन्हैया लाल की। तो इस तरीके नाल तुसीं इहनूं याद कर सकते हो। इस तो बाद नैक्सट हैगा फुल्किया मिसल। तो ये संस्थापक ने चौधरी फूल सिंह, जो कि पटियाला ते नाभे के एरिए नूं बिलोंग करते सन। तो चौधरी तो याद रखोगे कि चौधरी गर्म फुलके खाण का शौकीन सी। चौधरी गर्म फुलके। डल्ले वालियां मिसल गुलाब सिंह। तो इसनूं याद करने की ट्रिक हैगी है गुलाब की डाली, क्योंकि जिहड़े गुलाब दी डालियां होंदियां ने उहदे उत्ते गुलाब लगदा है, तो गुलाब दी डाली, और डाली तो ही डल्ले वाला जिहड़ा मिसल इहदा नाम तुसीं याद कर सकते हो। उस तो बाद आ गई साडी जिहड़ी नैक्सट मिसल है नकई मिसल। नकई मिसल के जिहड़े संस्थापक सन सरदार हीरा सिंह। ठीक है, हीरे के उत्ते नकई भी आप शक नहीं कर सकते। नकई है जिहड़ा, नकई का मतलब होंदा किसी प्रकार का किसी के उत्ते 100% जिहड़ी चीज़ प्योर होवे, तो हीरा है जिहड़ा उहदे उत्ते नकई भी जिहड़ा असी डाउट नहीं कर सकते। निशान वालिया मिसल, ये संस्थापक सन सरदार संगत सिंह। ठीक है, इसनूं याद रख सकते हो तुसीं कि जिहड़ी संगत है वो निशान साहब के अगे मत्था टेकदी है, यानी कि संगत निशान साहब अगे झुकदी है। तो निशान तो संगत, ठीक है, कि जिहड़ी संगतां ने वो निशान साहब अगे झुकदियां हन। तो इस तरीके नाल तुसीं इन्हां दे संस्थापक नूं याद रख सकते हो। शहीद मिसल सरदार सुधा सिंह। ठीक है, तो इसे मिसल दे एक होए सन साडे बाबा दीप सिंह जी। तो ये खास करके जिहड़े अफगान के जिहड़े शासक सन उन्हां नाल लड़दे होए शहीद होए सन, इस करके इस मिसल का नाम की रखा गया शहीद सिंह। उस तो बाद लास्ट हैगी तुहाडी करोड़ सिंघिया मिसल। तो ये जिहड़े संस्थापक ने करोड़ा सिंह। तो करोड़ तो ही करोड़ा का जिहड़ा नाम है ये ईजीली तुहानूं याद रह जाएगा। तो ये तुहाडियां 12 जिहड़ियां मिसलां ने, इन्हां दे जिहड़े नाम याद करने की जिहड़ी ट्रिक्स ने, तो उन्हां दे कुछ पर्टिकुलर जिहड़ी जानकारी है वो इस वीडियो दे विच तुसीं लिख सकते हो।